ਰੋਜ਼ਾਨਾ ਲੋਕ ਨਾਦ ਟੀਵੀ ਦੇ ਸਪੈਸ਼ਲ ਪ੍ਰੋਗਰਾਮ ਦਾ ਯੋਗ ਰਾਜ ਸ਼ੋਅ ਵਿਦ ਸੁਖਵਿੰਦਰ ਸਿੱਧੂ ਦੇ ਵਿੱਚ ਮੈਂ ਤੁਹਾਡਾ ਸਵਾਗਤ ਕਰਦਾ। ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਗੱਲਬਾਤ ਕਰਦੇ ਹਾਂ ਪੰਜਾਬ ਦੇ ਵੱਖ-ਵੱਖ ਮੁੱਦਿਆਂ ਤੇ ਅੱਜ ਇੱਕ ਵਾਰ ਫਿਰ ਤੋਂ ਗੱਲਬਾਤ ਕਰਾਂਗੇ ਪੰਜਾਬ ਦੇ ਅਹਿਮ ਤੇ ਵੱਡੇ ਮੁੱਦੇ ਤੇ। ਪਿਛਲੇ ਦਿਨੀ ਕੋਟਕਪੂਰਾ ਗੋਲੀ ਕਾਂਡ ਦੀ ਜਿਹੜੀ ਜਾਂਚ ਰਿਪੋਰਟ ਹਾਈ ਕੋਰਟ ਦੇ ਵੱਲੋਂ ਖਾਰਜ ਕੀਤੀ ਗਈ ਹੈ, ਜਿਸ ਦੀ ਜਾਂਚ ਕੁਮਰ ਵਿਜੇ ਪ੍ਰਤਾਪ ਕਰ ਰਹੇ ਸੀ। ਔਰ ਰਿਪੋਰਟ ਖਾਰਜ ਹੋਣ ਤੋਂ ਬਾਅਦ ਪੰਜਾਬ ਦੀ ਸਿਆਸਤ ਦੇ ਵਿੱਚ ਖਲਬਲੀ ਮਚ ਗਈ। ਇੱਕ ਵਾਰ ਫਿਰ ਤੋਂ 2022 ਦੀਆਂ ਵਿਧਾਨ ਸਭਾ ਚੋਣਾਂ ਦੇਖਦਿਆਂ ਵੱਖ-ਵੱਖ ਰਾਜਨੀਤਿਕ ਲੀਡਰਾਂ ਦੇ ਵੱਲੋਂ ਇਸ ਮੁੱਦੇ ਨੂੰ ਉਛਾਲਿਆ ਜਾ ਰਿਹਾ, ਇਸ ਮੁੱਦੇ ਨੂੰ ਚੱਕਿਆ ਜਾ ਰਿਹਾ, ਪਰ ਇਹ ਮੁੱਦਾ ਖੜਾ ਉੱਥੇ ਦਾ ਉੱਥੇ ਹੀ ਹੈ। ਨਵਜੋਤ ਸਿੰਘ ਸਿੱਧੂ ਨੇ ਵੀ ਪਿਛਲੇ ਦਿਨੀ ਇਹ ਗੱਲ ਕਹੀ ਸੀ ਕਿ ਜਦੋਂ 2017 ਦੇ ਵਿੱਚ ਇਹ ਮੁੱਦੇ ਉੱਠੇ ਸੀ ਤਾਂ ਇਹਨਾਂ ਮੁੱਦਿਆਂ ਦੇ ਦਮ ਤੇ ਹੀ ਇੱਕ ਸਰਕਾਰ ਬਣੀ ਸੀ ਤੇ ਇੱਕ ਸਰਕਾਰ ਢਹੀ ਸੀ। ਮੁੱਦੇ ਇਹ ਉੱਥੇ ਦੇ ਉੱਥੇ ਖੜੇ ਨੇ। ਬੇਸ਼ੱਕ ਪਿਛਲੀ ਸਰਕਾਰ ਦੇ 2 ਸਾਲ ਹੋਣ ਤੇ ਇਹ ਸਰਕਾਰ ਦੇ 4.5 ਸਾਲ ਹੋਣ, ਇਹ ਮੁੱਦਾ ਹਾਲੇ ਵੀ ਸੋਲਵ ਨਹੀਂ ਹੋਇਆ। ਉਮੀਦ ਕੀਤੀ ਜਾ ਰਹੀ ਸੀ ਕਿ ਹੋ ਸਕਦਾ ਹੈ ਕਿ ਹੁਣ ਕੁਮਰ ਵਿਜੇ ਪ੍ਰਤਾਪ ਇਹਨਾਂ ਨੂੰ ਇਨਸਾਫ ਪੀੜਤ ਲੋਕਾਂ ਨੂੰ ਦਿਵਾ ਦੇਣ। ਉਹਨਾਂ ਨੇ ਜਾਂਚ ਪੂਰੀ ਵੀ ਕਰ ਲਈ, ਪਰ ਜਿਹੜਾ ਖਾਰਜ ਉਹ ਹੋ ਗਈ ਰਿਪੋਰਟ ਤੇ ਇਲਜ਼ਾਮ ਲੱਗੇ ਕਿ ਅਕਾਲੀ ਦਲ ਅਤੇ ਕਾਂਗਰਸੀ ਇੱਕ ਦੂਜੇ ਨੂੰ ਬਚਾਉਣ ਦੇ ਲਈ ਫਿਕਸ ਮੈਚ ਖੇਡ ਰਹੇ ਨੇ। ਕੁਮਰ ਵਿਜੇ ਪ੍ਰਤਾਪ ਨੂੰ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਕੁਮਰ ਵਿਜੇ ਪ੍ਰਤਾਪ ਵਰਗਾ ਇੱਕ ਵੱਡਾ ਅਫਸਰ ਪੰਜਾਬ ਨੇ ਖੋ ਦਿੱਤਾ ਹੈ, ਕਿਉਂਕਿ ਉਹਨਾਂ ਨੇ ਦੁਖੀ ਹੋ ਕੇ ਇਸੇ ਗੱਲ ਤੋਂ ਅਸਤੀਫਾ ਦੇ ਦਿੱਤਾ। ਇਸ ਪੂਰੇ ਮਾਮਲੇ ਤੇ ਗੱਲਬਾਤ ਕਰਾਂਗੇ ਤੇ ਗੱਲਬਾਤ ਕਰਨ ਲਈ ਮੇਰੇ ਨਾਲ, ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਹਮੇਸ਼ਾ ਮੌਜੂਦ ਰਹਿੰਦੇ ਨੇ, ਸਰਦਾਰ ਯੋਗਰਾਜ ਸਿੰਘ ਜੀ। ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰ ਲੈਂਦੇ ਹਾਂ। ਸਰ, ਸਵਾਗਤ ਹੈ ਜੀ ਰੋਜ਼ਾਨਾ ਲੋਕ ਨਾਦ ਟੀਵੀ ਤੇ। ਯੋਗਰਾਜ ਸਿੰਘ ਸਪੁੱਤਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੀ ਫਤਿਹ ਸਾਰੇ ਕਬੂਲ ਕਰਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂ ਜੀ ਸੁਖਵਿੰਦਰ ਸਰ, ਕਿਵੇਂ ਦੇਖਦੇ ਹੋ ਜਿਹੜਾ ਕੁਮਰ ਵਿਜੇ ਪ੍ਰਤਾਪ ਵਾਲਾ ਪੂਰਾ ਐਪੀਸੋਡ ਹੋਇਆ? ਉਹਨਾਂ ਦੇ ਵੱਲੋਂ ਜਾਂਚ ਜਿਹੜੀ ਪੂਰੀ ਕੀਤੀ ਗਈ, ਜਾਂਚ ਪੂਰੀ ਕਰਕੇ ਹਾਈ ਕੋਰਟ ਦੇ ਵਿੱਚ ਦਾਖਲ ਕੀਤੀ ਗਈ। ਉਮੀਦ ਕੀਤੀ ਜਾ ਰਹੀ ਸੀ ਕਿ ਹੁਣ ਜਿਹੜਾ ਇਸ ਮਾਮਲੇ ਦੇ ਵਿੱਚ ਇਨਸਾਫ ਜਿਹੜਾ ਮਿਲ ਜੂਗਾ ਲੰਬੇ ਸਮੇਂ ਤੋਂ ਬਾਅਦ, ਪਰ ਸਾਰੇ ਮਿਹਨਤ ਦੇ ਉੱਪਰ ਪਾਣੀ ਫੇਰ ਦਿੱਤਾ ਹਾਈ ਕੋਰਟ ਨੇ। ਹਾਈ ਕੋਰਟ ਨੇ ਇਹ ਗੱਲ ਕਹਿ ਦਿੱਤੀ ਕਿ ਇਹ ਜਾਂਚ ਰਿਪੋਰਟ ਖਾਰਜ ਕੀਤੀ ਜਾਂਦੀ ਹੈ। ਤੇ ਅਫਸੋਸ ਵਾਲੀ ਗੱਲ ਇਹ ਵੀ ਹੋਈ ਨਾਲ ਦੀ ਨਾਲ ਵੱਡੀ ਕਿ ਇੱਕ ਧਾਕੜ ਇਮਾਨਦਾਰ ਅਫਸਰ ਜਿਸ ਨੇ ਗੁਰੂ ਸਾਹਿਬ ਦੀ ਇੱਜ਼ਤ ਦੀ ਖਾਤਰ ਆਪਣੀ ਨੌਕਰੀ ਨੂੰ ਲੱਤ ਮਾਰ ਦਿੱਤੀ ਹੈ, ਉਹ ਇੱਕ ਅਫਸਰ ਪੰਜਾਬ ਨੇ ਖੋ ਦਿੱਤਾ। ਕਿਵੇਂ ਦੇਖਦੇ ਹੋ ਇਸ ਪੂਰੇ ਐਪੀਸੋਡ? ਕੁਮਰ ਵਿਜੇ ਪ੍ਰਤਾਪ ਸਿੰਘ ਜੀ ਨੂੰ ਮੈਂ ਸਲੂਟ ਕਰਦਾ ਔਰ ਉਹਨਾਂ ਦੇ ਚਰਨਾਂ ਦੇ ਵਿੱਚ ਸੀਸ ਝੁਕਾਉਣਾ ਕਿ ਇੱਕ ਬਿਹਾਰ ਤੋਂ ਆਇਆ ਹੋਇਆ ਹਿੰਦੂ ਪਰਿਵਾਰ ਤੋਂ ਯੋਧਾ ਉਹ ਆ ਕੇ ਪੰਜਾਬ ਦੇ ਵਿੱਚ ਐਜ਼ ਅਫਸਰ ਆਇਆ ਔਰ ਅੱਜ ਉਹ IG ਦੇ ਰੈਂਕ 'ਚ ਸੀਗਾ। ਔਰ ਉਸ ਬੰਦੇ ਨੇ ਲੜਾਈ ਲੜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਜਿਨ੍ਹਾਂ ਨੇ ਬੇਅਦਬੀ ਕੀਤੀ ਹੈ ਉਹਨਾਂ ਦੀ ਇਨਕੁਆਇਰੀ ਕਰੀ ਔਰ ਉਹ ਇਨਕੁਆਇਰੀ ਦੇ ਵਿੱਚ ਉਹਨਾਂ ਨੇ ਜਿਹੜੀ ਰਿਪੋਰਟ ਭੇਜੀ, ਉਸ ਤੋਂ ਬਾਅਦ ਜਿਹੜੀ ਹਾਈ ਕੋਰਟ 'ਚ ਰਿਪੋਰਟ ਖਾਰਜ ਹੋਈ, ਉਹਦਾ ਮੈਨੂੰ ਬੜਾ ਦੁੱਖ ਹੈ। ਲੇਕਿਨ ਐਸੇ ਅਫਸਰ ਜਿਹੜੇ ਨੇ ਉਹਨਾਂ ਨੂੰ ਹਮੇਸ਼ਾ ਹੀ ਗੁਰੂ ਘਰ ਦੇ ਵਿੱਚੋਂ ਇੱਜ਼ਤ ਬਖਸ਼ੀ ਜਾਏਗੀ ਔਰ ਇਹੋ ਜਿਹੇ ਲੋਕ ਜਿਹੜੇ ਗੁਰੂ ਘਰ ਦੇ ਪਿੱਛੇ ਆਪਣੀਆਂ ਨੌਕਰੀਆਂ ਜਾਂ ਕੁਰਬਾਨੀਆਂ ਦਿੰਦੇ ਨੇ, ਉਹਨਾਂ ਲੋਕਾਂ ਦੀਆਂ ਜਿਹੜੀਆਂ ਕੁੱਲਾਂ ਨੇ ਉਹ ਗੁਰੂ ਮਹਾਰਾਜ ਤਾਰਦਾ ਰਹਿੰਦਾ। ਦੂਜੀ ਗੱਲ ਮੈਂ ਕਹਿਣਾ ਚਾਹੁੰਦਾ ਕਿ ਜਿਹੜੇ ਸਾਡੀ ਕੌਮ ਦੇ ਜਥੇਦਾਰ ਨੇ, ਉਹਨਾਂ ਲੋਕਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਉਹਨਾਂ ਲੋਕਾਂ ਨੇ ਉਹਨਾਂ ਬੰਦਿਆਂ ਦਾ ਸਾਥ ਦਿੱਤਾ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਕੀਤੀ ਸੀ ਔਰ ਆਪਣੀ ਕੁਰਸੀ ਪਿੱਛੇ 4 ਰੁਪਈਆ ਪਿੱਛੇ ਉਹਨਾਂ ਨੂੰ ਬਚਾਇਆ। ਇਹ ਬਹੁਤ ਲਾਹਨਤ ਵਾਲੀ ਗੱਲ ਹੈ। ਗੁਰੂ ਮਹਾਰਾਜ ਦੇਖ ਵੀ ਰਿਹਾ, ਸੁਣ ਵੀ ਰਿਹਾ ਤੇ ਲਿਖ ਵੀ ਰਿਹਾ, ਤੇ ਜਦ ਉਹਨੇ ਸਜ਼ਾਵਾਂ ਦੇਣੀਆਂ ਨੇ ਉਹ ਫਿਰ ਬੰਦਿਆਂ ਤੋਂ ਭੁਗਤੀਆਂ ਨਹੀਂ ਜਾਣ। ਮੈਂ ਇਸ ਗੱਲ ਦਾ ਸੁਖਵਿੰਦਰ ਜੀ ਹੋਰ ਵੀ ਬੜੇ ਮਾਣ ਨਾਲ ਗੱਲ ਕਰਦਾ ਕੁਮਰ ਵਿਜੇ ਪ੍ਰਤਾਪ ਸਿੰਘ ਜੀ ਦਾ ਕਿ ਉਹਨਾਂ ਨੇ ਜਿਹੜਾ ਰਿਜ਼ਾਈਨ ਕੀਤਾ, ਆਪਣੀ ਨੌਕਰੀ ਛੱਡੀ ਹੈ, ਪਰ ਮੇਰੀ ਇੱਕ ਦਲੀਲ ਜ਼ਰੂਰ ਹੈ ਇੱਥੇ ਕਿ ਉਹਨਾਂ ਨੂੰ ਆਪਣੀ ਨੌਕਰੀ ਨਹੀਂ ਸੀ ਛੱਡਣੀ ਚਾਹੀਦੀ। ਉਹਨਾਂ ਨੂੰ IG ਦੇ ਤੌਰ ਤੇ ਰਹਿ ਕੇ ਕੱਲ ਨੂੰ ਉਹ ਕੁਛ ਵੀ ਬਣਦੇ, ਬਹੁਤ ਵੱਡਾ ਅਹੁਦੇ ਤੇ ਜਾਂਦੇ। ਉਹਨਾਂ ਨੂੰ ਜਿਹੜੇ ਲੋਕਾਂ ਦਾ ਇਨਕੁਆਇਰੀ ਦੇ ਵਿੱਚ ਉਹਨਾਂ ਨੇ ਨਾਮ ਲਿਆ ਜਾਂ ਲੀਡਰਾਂ ਦਾ, ਉਹਨਾਂ ਦੇ ਖਿਲਾਫ ਜਿਹੜਾ ਹੈ ਕੋਰਟ 'ਚ ਜਾ ਕੇ ਸਾਰਾ ਕੁਝ ਪੇਸ਼ ਕਰਨਾ ਚਾਹੀਦਾ ਸੀ ਔਰ ਸਾਰਾ ਕੁਝ ਕਰਨਾ ਚਾਹੀਦਾ ਸੀ ਔਰ ਉਹਨਾਂ ਨੂੰ ਅੰਦਰ ਕਰਾਉਣਾ ਚਾਹੀਦਾ ਸੀ। ਪਰ ਚਲੋ, ਜੋ ਉਹਨਾਂ ਨੇ ਆਪਣੀ ਨੌਕਰੀ ਛੱਡੀ ਇਸ ਕਰਕੇ ਕਿ ਉਹਨਾਂ ਦੇ ਵਿੱਚ ਅਣਖ ਸੀ ਔਰ ਉਹ ਗੁਰੂ ਘਰ ਨਾਲ ਕਿੰਨਾ ਕੁ ਪਿਆਰ ਕਰਦੇ ਹੈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਕਿੰਨਾ ਕੁ ਸਤਿਕਾਰ ਕਰਦੇ ਹੈ, ਆਪਾਂ ਨੂੰ ਇਸ ਤੋਂ ਅੰਦਾਜ਼ਾ ਲਾਉਣਾ ਚਾਹੀਦਾ। ਬਹੁਤ ਦੁੱਖ ਵਾਲੀ ਗੱਲ ਹੈ ਔਰ ਇਹ ਹਮੇਸ਼ਾ ਹੀ ਜ਼ਿੰਦਗੀ ਦੇ ਵਿੱਚ ਹੁੰਦਾ ਆਇਆ ਕਿ ਜਦ ਵੀ ਪਾਪ ਤੇ ਪੁੰਨ ਦੀ ਲੜਾਈ ਹੁੰਦੀ ਹੈ ਤੇ ਪਾਪੀ ਆਦਮੀ ਚੜ੍ਹ ਕੇ ਗੱਲ ਕਰਦਾ, ਲੇਕਿਨ ਅਖੀਰ ਦੇ ਵਿੱਚ ਜਿਹੜਾ ਵੀ ਪਾਪੀ ਹੈ, ਜਿਹੜਾ ਵੀ ਪਾਪ ਕਰ ਰਿਹਾ ਹੈ, ਉਹਨੂੰ ਸਜ਼ਾ
ਰੱਬ ਕਿਸੇ ਵੀ ਤਰੀਕੇ ਨਾਲ ਦਵਾਏਗਾ, ਕਿਸੇ ਤੋਂ ਵੀ ਦਵਾਏਗਾ, ਤੁਹਾਡੇ ਸਾਹਮਣੇ ਆ ਜਾਊਗਾ। ਕਿਵੇਂ ਦੇਖਦੇ ਹੋ? ਬਹੁਤ ਸਾਰੇ ਲੋਕ ਇਹ ਵੀ ਗੱਲ ਕਹਿ ਰਹੇ ਨੇ ਕਿ ਕੁੰਵਰ ਵਿਜੇ ਪ੍ਰਤਾਪ ਨੇ ਅਸਤੀਫਾ ਦਿੱਤਾ, ਅਸਤੀਫਾ ਦੇ ਕੇ ਉਹ ਡਰਾਮਾ ਕਰ ਰਿਹਾ ਹੈ ਕਿ ਕਿਉਂਕਿ ਉਹਨੂੰ ਪਤਾ ਹੈ ਕਿ ਅਸਤੀਫਾ ਨਾ ਮਨਜ਼ੂਰ ਹੋ ਜਾਣਾ। ਅਕਾਲੀ ਦਲ ਦੇ ਲੀਡਰਾਂ ਨੇ ਇਲਜ਼ਾਮ ਲਾਏ, ਪਰ ਉਹ ਪਿਓ ਦਾ ਪੁੱਤ ਅਜਿਹਾ ਅਟਲ ਰਿਹਾ, ਆਪਣੇ ਜਿੱਤੇ ਅਜਿਹਾ ਅੜ ਕੇ ਰਿਹਾ, ਉਸਨੇ ਅਸਤੀਫਾ ਵਾਪਸ ਨਹੀਂ ਲਿਆ। ਹਾਲਾਂਕਿ ਮੁੱਖ ਮੰਤਰੀ ਨੇ ਬਹੁਤ ਜ਼ਿਆਦਾ ਕੋਸ਼ਿਸ਼ ਕੀਤੀ ਕਿ ਭਾਈ ਤੂੰ ਆਪਣਾ ਅਸਤੀਫਾ ਵਾਪਸ ਲੈ ਲੈ, ਪਰ ਉਹ ਅੜਿਆ ਰਿਹਾ ਆਪਣੀ ਜਿੱਤ ਤੇ। ਕਿਵੇਂ ਦੇਖਦੇ ਹੋ ਇਹੋ ਜਿਹੇ ਬੰਦੇ ਨੂੰ? ਐਸੇ ਬੰਦੇ ਬਾਰੇ ਮੇਰੇ ਕੋਲ ਸ਼ਬਦ ਨਹੀਂ ਕਿ ਮੈਂ ਉਹਦੀ ਤਾਰੀਫ ਦੇ ਵਿੱਚ ਕਿਹੜੇ ਅਲਫਾਜ਼ ਯੂਜ਼ ਕਰਾਂ, ਪਰ ਮੈਂ ਸਮਝਦਾ ਕਿ ਉਹਨਾਂ ਨੇ ਗੁਰੂ ਘਰ ਨਾਲ ਕਿੰਨਾ ਕੁ ਸਿਦਕ ਤੇ ਪਿਆਰ ਤੇ ਸੱਚਾਈ ਐਸੇ ਮਹਾਨ ਅਫਸਰ ਦੇ ਵਿੱਚ ਹੋਊਗੀ। ਐਸੇ ਹੋਰ ਵੀ ਅਨੇਕ ਅਫਸਰ ਹੈਗੇ ਨੇ, ਲੱਭ ਜਾਂਦੇ ਨੇ, ਜਿਹੜੇ ਸੱਚਾਈ ਦੇ ਰਾਹ ਤੇ ਤੁਰਦੇ ਨੇ। ਉਹਨਾਂ ਨੇ ਆਪਣੀ ਨੌਕਰੀ ਨੂੰ ਠੋਕਰ ਮਾਰਤੀ, ਜਿਸ ਨੌਕਰੀ ਪਿੱਛੇ ਉਹਨਾਂ ਨੇ ਸਾਰੀ ਜ਼ਿੰਦਗੀ ਤਪੱਸਿਆ ਕੀਤੀ, ਮਿਹਨਤ ਕੀਤੀ ਔਰ ਇਸ ਅਹੁਦੇ ਤੇ ਪਹੁੰਚੇ। ਇਸ ਤੋਂ ਸੁਖਵਿੰਦਰ ਜੀ ਸਿੱਖ ਲੈਣੀ ਚਾਹੀਦੀ ਹੈ ਸਾਰਿਆਂ ਨੂੰ, ਖਾਸ ਕਰ ਸਾਡੇ ਕੌਮ ਦੇ ਜਥੇਦਾਰਾਂ ਨੂੰ, ਕਿ ਗੁਰੂ ਘਰ ਨਾਲ ਪਿਆਰ, ਅਕਾਲ ਪੁਰਖ ਨਾਲ ਜਿਹੜਾ ਪਿਆਰ ਹੈ, ਉਹਦੇ ਸਿੱਧ ਦੇ ਵਿੱਚ ਰਹਿ ਕੇ ਬੰਦਾ ਆਪਣੀ ਨੌਕਰੀ ਦਾ ਕੀ ਆਪਣਾ ਸੀਸ ਵੀ ਕੁਰਬਾਨ ਕਰ ਦਿੰਦਾ। ਦੁੱਖ ਹੈ ਮੈਨੂੰ ਆਪਣੇ ਜਥੇਦਾਰਾਂ ਤੇ, ਦੁੱਖ ਹੈ ਮੈਨੂੰ ਲੀਡਰਾਂ ਤੇ, ਜਿਹੜੇ ਗੁਰੂ ਮਹਾਰਾਜ ਨੂੰ ਜਾ ਕੇ, ਗ੍ਰੰਥ ਸਾਹਿਬ ਨੂੰ ਮਹਾਰਾਜ ਨੂੰ ਮੱਥਾ ਟੇਕਦੇ ਨੇ ਔਰ ਉਸ ਤੋਂ ਬਾਅਦ ਉਹਦੀ ਜਦ ਬੇਅਦਬੀ ਹੁੰਦੀ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ, ਗੁਰੂ ਘਰ ਦੀ, ਤਾਂ ਫਿਰ ਉਹਨਾਂ ਲੋਕਾਂ ਦਾ ਸਾਥ ਦਿੰਦੇ ਨੇ ਜਿਹੜੇ ਲੋਕ ਗੁਨਾਹਗਾਰ ਨੇ। ਲੇਕਿਨ ਯਾਦ ਰੱਖਿਓ ਮੇਰੀ ਗੱਲ, ਇਹ ਜੋ ਸਜ਼ਾਵਾਂ ਰੱਬ ਤੈਅ ਕਰਦਾ, ਗੁਰੂ ਘਰ ਤੈਅ ਕਰਦਾ, ਤੁਹਾਡੇ ਸਾਹਮਣੇ ਆਊਗਾ। ਇੱਕ ਇੱਕ ਜੀ ਜਿਹੜਾ ਵਿੱਚ ਇਸ ਦੇ ਸ਼ਾਮਿਲ ਹੈ ਔਰ ਜਿਹਨੇ ਗੁਨਾਹ ਕੀਤੇ ਨੇ, ਤੁਸੀਂ ਦੇਖਿਓ ਉਹਦੀਆਂ ਪੁਸ਼ਤਾਂ ਤੱਕ ਉਹਨੂੰ ਸਜ਼ਾਵਾਂ ਮਿਲਣਗੀਆਂ। ਕਿਵੇਂ ਦੇਖਦੇ ਹੋ ਕਿ ਕੁੰਵਰ ਵਿਜੇ ਪ੍ਰਤਾਪ ਨੇ ਦੱਸਿਆ ਕਿ ਮੈਂ ਜਦੋਂ ਇਹ ਜਾਂਚ ਪੂਰੀ ਕਰਦਾ ਸੀ, ਜਾਂਚ ਕਰ ਰਿਹਾ ਸੀ, ਤਾਂ ਮੇਰੇ ਤੇ ਬਹੁਤ ਜ਼ਿਆਦਾ ਤਸ਼ੱਦਦ ਹੋਏ। ਮੇਰੇ ਤੇ ਉਹ ਕਹਿੰਦੇ ਵੀ ਤਸ਼ੱਦਦ ਵਰਡ ਵੀ ਜਿਹੜਾ ਹੈ ਉਹ ਬੜਾ ਛੋਟਾ ਹੈ। ਇਸ ਤਰੀਕੇ ਦੇ ਨਾਲ ਮੈਨੂੰ ਜਿਹੜਾ ਤੰਗ ਪਰੇਸ਼ਾਨ ਕੀਤਾ ਗਿਆ ਇਸ ਜਾਂਚ ਰਿਪੋਰਟ ਨੂੰ ਪੂਰੀ ਕਰ ਨਾ ਸਕਾਂ, ਤਾਂ ਕਿ ਮੈਂ ਕਹਿੰਦੇ ਮੈਂ ਫਿਰ ਵੀ ਅਟਲ ਰਿਹਾ, ਆਪਣੇ ਮੁਸ਼ਕਿਲ ਦੇ ਵਿੱਚੋਂ ਨਿਕਲਦੇ ਹੋਏ ਨੇ ਪੂਰੀ ਜਾਂਚ ਰਿਪੋਰਟ ਜਿਹੜੀ ਹੈ ਪੂਰੀ ਕੀਤੀ। ਕਿਵੇਂ ਦੇਖਦੇ ਹੋ ਅਜਿਹੇ ਅਫਸਰ ਨੇ ਜਿਹੜੇ ਨੇ ਇੰਨੀ ਮੁਸ਼ਕਿਲਾਂ ਦੇ ਵਿੱਚੋਂ ਲੰਘ ਕੇ ਇਹ ਜਾਂਚ ਰਿਪੋਰਟ ਪੂਰੀ ਕੀਤੀ, ਤੇ ਪੰਜਾਬ ਸਰਕਾਰ ਦਾ ਜਿਹੜਾ ਐਡਵੋਕੇਟ ਜਨਰਲ ਹੈ, ਪੰਜਾਬ ਸਰਕਾਰ ਹੈ, ਉਹ ਆਪਣੇ ਵਕੀਲ ਦੇ ਰਾਹੀਂ ਇਸ ਜਾਂਚ ਰਿਪੋਰਟ ਨੂੰ ਡਿਫੈਂਡ ਨਹੀਂ ਕਰ ਸਕੀ? ਦੇਖੋ, ਮੈਂ ਇਸ ਗੱਲ ਤੇ ਪਹਿਰਾ ਜ਼ਰੂਰ ਦਿੰਦਾ ਕਿ ਕੁੰਵਰ ਪ੍ਰਤਾਪ ਸਿੰਘ ਨੇ ਜਿਹੜੀ ਹੈ ਇਹ ਬਹੁਤ ਵੱਡੀ ਗੱਲ ਕੀਤੀ ਹੈ ਆਪਣੀ ਜਿਹੜਾ ਅਸਤੀਫਾ ਦੇ ਕੇ। ਲੇਕਿਨ ਮੈਂ ਇੱਕ ਐਗਜ਼ਾਮਪਲ ਦੇਣਾ ਚਾਹੁੰਦਾ ਕਿ ਜੇ ਤੁਸੀਂ IG ਐਡੇ ਵੱਡੇ ਤੁਹਾਡੀ ਰੈਂਕ ਦੇ ਬੰਦੇ ਹੋ, ਵਰਦੀ ਹੈ ਜਿਹਦਾ ਬਹੁਤ ਵੱਡਾ ਮਾਣ ਹੈ, ਬੜੀ ਤਾਕਤ ਹੈ ਉਸ ਵਰਦੀ ਦੇ ਵਿੱਚ। ਮੈਂ ਆਪਣੇ ਪਿਤਾ ਜੀ ਦਾ ਐਗਜ਼ਾਮਪਲ ਦੇਣਾ ਚਾਹੁੰਦਾ। ਉਹ SP ਹੁੰਦੇ ਸੀਗੇ ਪੈਪਸੂ ਪੁਲਿਸ ਬ੍ਰਿਟਿਸ਼ ਟਾਈਮ ਦੇ ਵਿੱਚ, ਤੇ ਅੱਜ ਵੀ ਉਹਨਾਂ ਦਾ ਨਾਂ ਡਿਪਟੀ ਸਾਹਿਬ ਕਹਿ ਕੇ ਵੱਜਦਾ ਹੈ। ਔਰ ਉਹਨਾਂ ਨੇ ਵੱਡੇ ਜਿਹੜੇ ਲੋਕ ਸੀ, ਵੱਡੇ ਬੰਦੇ ਜਿਹੜੇ ਕਰਪਸ਼ਨ ਕਰਦੇ ਸੀ, ਉਹਨਾਂ ਨੂੰ ਅੰਦਰ ਦਿੱਤਾ ਤੇ ਬੜਾ ਕੁਝ ਪ੍ਰੈਸ਼ਰ ਉਹਨਾਂ ਤੇ ਰਿਹਾ, ਪਰ ਅਖੀਰ ਦੇ ਵਿੱਚ ਉਹਨਾਂ ਦਾ ਨਾਂ ਗੱਜ ਵੱਜਦਾ। ਤੁਸੀਂ UP ਤੋਂ ਲੈ ਕੇ ਤੁਸੀਂ ਪੈਪਸੂ, ਜਿੱਥੇ ਪੰਜਾਬ ਦੇ ਬਾਰਡਰ ਤੱਕ ਚਲੇ ਜਾਓ, ਤੁਹਾਨੂੰ ਲੋਕ ਕਹਿਣਗੇ ਵੀ ਸਰਦਾਰ ਭਾਗ ਸਿੰਘ ਇੱਕ ਡਿਪਟੀ ਸਾਹਿਬ ਹੋਇਆ। ਮੈਂ ਕੁੰਵਰ ਵਿਜੇ ਪ੍ਰਤਾਪ ਸਿੰਘ ਜੀ ਨੂੰ ਇਹ ਕਹਿਣਾ ਚਾਹੁੰਦਾ ਕਿ ਤੁਸੀਂ, ਮੈਂ ਹੁੰਦਾ ਤੁਹਾਡੀ ਜਗ੍ਹਾ ਮੈਂ ਰਿਜ਼ਾਈਨ ਨਾ ਕਰਦਾ। ਅੱਜ ਜਿੰਨੇ ਗੁਨਾਹਗਾਰ ਲੋਕ ਨੇ, ਜਿਹੜੇ ਲੀਡਰ ਨੇ ਤੁਹਾਡੇ ਤੇ ਪ੍ਰੈਸ਼ਰ, ਇਹਨਾਂ ਨੂੰ ਚੱਕ ਕੇ ਅੰਦਰ ਦਿੰਦੇ ਹੈ ਜੀ। ਤੁਸੀਂ ਪ੍ਰੈਸ ਕਾਨਫਰੰਸ ਪਰ ਸਰ ਤੁਹਾਨੂੰ ਵੀ ਪਤਾ, ਤੁਸੀਂ ਵੀ ਬੜੀ ਲੰਬੀ ਉਮਰ ਹੈ ਤੁਹਾਡੀ, ਤੁਹਾਡਾ ਬੜਾ ਵੱਡਾ ਐਕਸਪੀਰੀਅੰਸ ਹੈ, ਤੁਹਾਨੂੰ ਵੀ ਪਤਾ ਇੱਥੇ DGP ਤੇ ਪ੍ਰੈਸ਼ਰ ਪਾ ਲੈਂਦੇ ਆ, ਤਾਂ ਫਿਰ ਇੱਕ IG ਸੀ, ਔਰ ਉਹਨਾਂ ਨੇ ਇਹ ਵੀ ਗੱਲ ਕਹਿਤੀ ਕਿ ਜਿਹੜੇ ਉਹਨਾਂ ਦੇ ਨਾਲ ਦੇ ਅਫਸਰ ਸੀ ਉਹ ਵੀ ਉਹਨਾਂ ਦਾ ਸਾਥ ਛੱਡ ਗਏ ਸੀ। ਉਹਨਾਂ ਨੇ ਤਾਂ ਆਪਣੀ ਪੋਸਟ ਪਾ ਕੇ ਇੱਥੋਂ ਤੱਕ ਲਿਖਿਆ ਕਿ ਜਦੋਂ ਤੁਹਾਡਾ ਕੋਈ ਸਾਥ ਨਾ ਦੇਵੇ ਉਦੋਂ ਇਕੱਲਿਆਂ ਨੂੰ ਤੁਰਨਾ ਚਾਹੀਦਾ ਹੈ, ਤੇ ਇਕੱਲਿਆਂ ਦੇ ਨਾਲ ਗੁਰੂ ਗੋਬਿੰਦ ਸਿੰਘ ਜੀ ਨਾਲ ਹੁੰਦੇ ਨੇ। ਤੇ ਨਾਲ ਉਹਨਾਂ ਨੇ ਲਿਖਤਾ ਸ਼ੁਭ ਕਰਮਾਂ ਤੇ ਕਬਹੂ ਨਾ ਡਰੂ। ਜੀ ਐਡੀ ਗੱਲ ਉਹਨਾਂ ਨੇ ਲਿਖੀ ਹੈ, ਕੀਤੀ ਹੈ, ਉਹਨੂੰ ਸਲਾਮ ਹੈ। ਤੇ ਫਿਰ ਆਪਾਂ ਵਰਦੀ ਦੇ ਵਿੱਚ ਰਹਿ ਕੇ ਕਿਉਂ ਨਹੀਂ ਕਰ ਸਕਦੇ? ਉਦੋਂ ਵੀ ਤਾਂ ਆਪਾਂ ਕਰ ਸਕਦੇ ਸੀ। ਨਾਲੇ ਕੀ ਜ਼ਰੂਰਤ ਹੈ? ਦੇਖੋ, ਬੰਦਾ ਉਹ ਘਬਰਾਉਂਦਾ ਹੁੰਦਾ ਜਿਹਨੇ ਗੁਨਾਹ ਕੀਤਾ, ਪੈਸੇ ਖਾਦੇ ਹੁੰਦੇ, ਰਿਸ਼ਵਤ ਖਾਦੇ ਹੁੰਦੇ। ਪਰ ਸ਼ਾਇਦ ਉਹ ਸੋਚਦੇ ਹੋਣ, ਸ਼ਾਇਦ ਇਹ ਸੋਚਦੇ ਹੋਣ ਕਿ ਮੈਂ ਜਿਹੜਾ ਹੁਣ ਇਸ ਪਾਸੇ ਨੂੰ ਨਾ ਚੱਲਾਂ, ਮੈਂ ਇਹਨਾਂ ਅੱਗੇ ਨਹੀਂ ਝੁਕ ਸਕਦਾ, ਮੈਂ ਇਸ ਗਲਤ ਸਿਸਟਮ ਦੇ ਵਿੱਚ ਹਿੱਸਾ ਨਹੀਂ ਬਣ ਸਕਦਾ। ਬਹੁਤ ਸਾਰੇ ਲੋਕ ਇਹ ਵੀ ਸੋਚਦੇ ਆ ਕਿ ਹੋ ਸਕਦਾ ਕਿ ਇਹ ਸਿਆਸਤ ਦੇ ਵਿੱਚ ਆ ਕੇ ਇਸ ਸਿਸਟਮ ਨੂੰ ਖਤਮ ਕਰਨ ਨੂੰ ਫਿਰਦੇ ਹੋਣ। ਬਹੁਤ ਸਾਰੇ ਲੋਕ ਇਲਜ਼ਾਮ ਲਗਾਉਂਦੇ ਨੇ ਕਿ ਇਹ ਸਿਆਸਤ ਦੇ ਵਿੱਚ ਆਉਣ ਕਰਕੇ ਹੀ ਇਹ ਸਾਰਾ ਡਰਾਮਾ ਕੁੰਵਰ ਵਿਜੇ ਪ੍ਰਤਾਪ ਨੇ ਕੀਤਾ। ਕਿਵੇਂ ਦੇਖਦੇ ਹੋ ਕਿ ਜੇਕਰ ਕੁੰਵਰ ਵਿਜੇ ਪ੍ਰਤਾਪ ਦੇ ਉੱਪਰ ਜਿਹੜੇ ਇਲਜ਼ਾਮ ਲੱਗੇ ਆ ਸਿਆਸਤ 'ਚ ਆਉਣ ਦੇ? ਲੋਕਾਂ ਦਾ ਕੀ ਹੈ? ਲੋਕਾਂ ਦਾ ਕੰਮ ਹੈ ਬੋਲਣਾ। ਲੋਕਾਂ ਨੇ ਤਾਂ ਗੁਰੂਆਂ ਨੂੰ ਬਹੁਤ ਕੁਝ ਕਿਹਾ। ਲੋਕਾਂ ਦੀਆਂ ਗੱਲਾਂ ਤੇ ਜਾਵਾਂਗੇ ਤਾਂ ਗੱਲ ਨਹੀਂ ਬਣਨੀ।
ਕੁਝ ਲੋਕ ਤਾਂ ਤੁਹਾਨੂੰ ਕਹਿਣਗੇ ਲੇਕਿਨ ਅੱਜ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਜੈ ਜੈਕਾਰ ਕਿੰਨੀ ਹੈ ਤੁਸੀਂ ਇਹ ਦੇਖੋ। ਔਰ ਮੈਂ ਚਾਹੂੰਗਾ, ਮੈਂ ਉਹਨਾਂ ਨੂੰ ਇੱਕ ਹੱਥ ਜੋੜ ਕੇ ਪ੍ਰਾਰਥਨਾ ਕਰੂੰਗਾ ਕਿ ਤੁਸੀਂ ਗੁਰੂ ਘਰ ਦਾ ਸਹਾਰਾ, ਓਟ ਸਹਾਰਾ ਲੈ ਕੇ ਤੁਰੋ ਔਰ ਤੁਸੀਂ ਇਹਨਾਂ ਸਾਰਿਆਂ ਨੂੰ ਸਜ਼ਾਵਾਂ ਦਿਵਾਓ। ਆ ਕੇ ਪ੍ਰੈਸ ਦੇ ਵਿੱਚ ਕਾਨਫਰੰਸ ਕਰੋ, ਆ ਕੇ ਤੁਸੀਂ ਇਹਨਾਂ ਦੇ ਖਿਲਾਫ ਬੋਲੋ ਔਰ ਕੋਰਟ ਦੇ ਵਿੱਚ ਜਾ ਕੇ ਕੇਸ ਦਾਇਰ ਕਰੋ ਔਰ ਇਹਨਾਂ ਦੀਆਂ ਸਾਰੀਆਂ ਗੱਲਾਂ ਜਿਹੜੀਆਂ ਬਾਹਰ ਕੱਢੋ। ਕੀ ਹੋ ਜਾਊਗਾ? ਕੋਈ ਫਰਕ ਨਹੀਂ ਪੈਂਦਾ। ਜਿਹੜਾ ਜਰਨੈਲ ਹੁੰਦਾ ਹੈ ਉਹ ਗੁਰੂ ਘਰ ਦਾ ਜਦ ਓਟ ਸਹਾਰਾ ਰਹਿੰਦਾ ਫਿਰ ਉਹ ਆਪਣੀ ਮੌਤ ਦਾ ਪਰਵਾਹ ਨਹੀਂ ਕਰਿਆ ਕਰਦਾ, ਗੁਰੂ ਉਹਦੇ ਅੰਗ ਸੰਗ ਹੁੰਦਾ। ਸੋ ਮੈਂ ਕੰਵਰ ਪ੍ਰਤਾਪ ਸਿੰਘ ਜੀ ਨੂੰ ਕਹੂੰਗਾ ਕਿ ਵਿਜੇ ਪ੍ਰਤਾਪ ਸਿੰਘ ਜੀ ਤੁਸੀਂ ਅੱਗੇ ਹੋ ਕੇ ਜੋ ਕੁਝ ਵੀ, ਮੈਂ ਤਾਂ ਰਿਪੋਰਟਾਂ ਵੀ ਸੁਣੀਆਂ ਨੇ ਕਿ ਜੇ ਉਹਨਾਂ ਕੋਲ ਬੜੇ ਰਾਜ ਨੇ, 9 ਚਲਾਨ ਉਹਨਾਂ ਨੇ ਪੇਸ਼ ਕੀਤੇ। ਇੱਕ ਚਲਾਨ ਉਹ ਪੇਸ਼ ਕਰਨ ਜਾ ਰਹੇ ਸੀ ਜਿਹਦੇ ਵਿੱਚ 2 ਬਹੁਤ ਵੱਡੇ ਲੀਡਰਾਂ ਦਾ ਨਾਮ ਸੀ। ਤੇ ਕਿਹੜੀ ਗੱਲ ਹੈ? ਸਾਰੀ ਫਾਈਲ, ਸਾਰੀ ਇਨਕੁਆਇਰੀ ਤੁਸੀਂ ਜਾ ਕੇ ਖੋਲੋ, ਕੋਰਟ ਦੇ ਵਿੱਚ ਦਿਓ ਤੇ ਇਹਨਾਂ ਲੀਡਰਾਂ ਨੂੰ ਜਾਂ ਜਿਹੜੇ ਵੀ ਬੰਦੇ ਨੇ ਜਾਂ ਜਿਹੜੇ ਵੀ ਲੋਕ ਇਨਵੋਲਵ ਨੇ ਉਹਨਾਂ ਨੂੰ ਤੁਸੀਂ ਸਜ਼ਾਵਾਂ ਦਿਵਾਓ। ਇਹੀ ਗੁਰੂ ਘਰ ਨੇ ਤੁਹਾਡੀ ਡਿਊਟੀ ਲਾਈ ਹੈ ਔਰ ਇਹੀ ਤੁਹਾਨੂੰ ਕਰਨਾ ਚਾਹੀਦਾ। ਕਿਵੇਂ ਦੇਖਦੇ ਹੋ ਕਿ ਜੇਕਰ ਇਹ ਸਿਆਸਤ ਦੇ ਵਿੱਚ ਆਉਂਦੇ ਨਹੀਂ ਤਾਂ ਕਿਸ ਹੋਰ ਜਾਣਾ ਚਾਹੀਦਾ ਉਹਨਾਂ ਨੂੰ? ਕਿਉਂਕਿ ਵੱਖ-ਵੱਖ ਪਾਰਟੀਆਂ, ਕਈ ਪਾਰਟੀਆਂ ਤੋਂ ਉਹਨਾਂ ਤੇ ਇਲਜ਼ਾਮ ਤੱਕ ਵੀ ਲਗਾ ਰਹੀਆਂ ਨੇ ਤੇ ਕਈ ਲੋਕ ਇਹ ਸੋਚ ਰਹੇ ਨੇ ਕਿ ਨਵਜੋਤ ਸਿੰਘ ਸਿੱਧੂ ਤੇ ਜੇਕਰ ਇਹ ਇਕੱਠੇ ਹੋ ਜਾਣ ਤਾਂ ਬਹੁਤ ਜ਼ਿਆਦਾ ਵਧੀਆ। ਨਵਜੋਤ ਕੌਰ ਸਿੱਧੂ ਨੇ ਤਾਂ ਇੱਥੋਂ ਤੱਕ ਵੀ ਇਹ ਗੱਲ ਕਹਿਤੀ ਕਿ ਇਸ ਤੋਂ ਵਧੀਆ ਕੋਈ ਪੰਜਾਬ ਦਾ ਗ੍ਰਹਿ ਮੰਤਰੀ ਨਹੀਂ ਹੋ ਸਕਦਾ। ਮੋਸਟ ਵਾਂਟਡ ਕੈਂਡੀਡੇਟ ਤੱਕ ਨਵਜੋਤ ਕੌਰ ਸਿੱਧੂ ਨੇ ਇਹ ਗੱਲ ਆਖ ਦਿੱਤੀ ਹੈ। ਮੈਂ ਸੁਖਵਿੰਦਰ ਜੀ, ਤੁਹਾਨੂੰ ਯਾਦ ਹੋਊਗਾ ਜਰਨੈਲਾਂ ਦੀ ਗੱਲ ਕਰਦਾ ਰਿਹਾ ਸਟੇਜਾਂ ਤੇ ਜਦ ਵੀ ਬੋਲਦਾ ਕਿ ਪੰਜਾਬ ਦੇ ਵਿੱਚ ਜਰਨੈਲ ਕੱਢਣੇ ਨੇ ਤੇ ਜਰਨੈਲਾਂ ਦੀ ਕੋਈ ਕਮੀ ਨਹੀਂ। ਹੁਣ ਇਹ ਵੀ ਕੁੰਵਰ ਵਿਜੇ ਪ੍ਰਤਾਪ ਸਿੰਘ ਆਪਣਾ ਜਰਨੈਲ ਹੀ ਹੈ ਤੇ ਇਹਨੂੰ ਵੀ ਨਾਲ ਰਲਾ ਕੇ ਦੇਖੋ। ਸਿਆਸਤ ਦੇ ਵਿੱਚ ਆਉਣਾ ਬਹੁਤ ਜ਼ਰੂਰੀ ਹੈ। ਮੈਂ ਫਿਰ ਦੁਬਾਰਾ ਕਹਿੰਦਾ, ਜਦ ਤੱਕ ਤੁਹਾਡੇ ਕੋਲ ਤਾਕਤ ਨਹੀਂ ਹੋਊਗੀ, ਜਦ ਤੱਕ ਤੁਹਾਡੇ ਕੋਲ ਆਪਣੀ ਸੱਤਾ ਨਹੀਂ ਹੋਊਗੀ, ਜਦ ਤੱਕ ਤੁਹਾਡੇ ਕੋਲ ਆਪਣੀ ਪਾਵਰ ਨਹੀਂ ਹੋਊਗੀ, ਤੁਸੀਂ ਇਹਨਾਂ ਲੋਕਾਂ ਨਾਲ, ਆ ਜਿਹੜੇ ਜ਼ਾਲਿਮ ਲੋਕ ਨੇ, ਇਹਨਾਂ ਨਾਲ ਕਿਵੇਂ ਤੁਸੀਂ ਟਾਕਰਾ ਲਾਓਗੇ? ਸੋ ਮੈਂ ਸਮਝਦਾ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਸਿਆਸਤ ਵਿੱਚ ਆਉਣਾ ਚਾਹੀਦਾ। ਨਵਜੋਤ ਸਿੰਘ ਸਿੱਧੂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਤੁਰਨਾ ਚਾਹੀਦਾ। ਔਰ ਮੈਂ ਤੁਹਾਨੂੰ ਸ਼ਰਤ ਲਾ ਕੇ ਕਹਿਣਾ, ਆਉਣ ਵਾਲੇ ਸਮੇਂ ਸਾਰਾ ਪੰਜਾਬ, ਸਾਰੇ ਪੰਜਾਬ ਦੇ ਲੋਕ ਤੁਹਾਡੇ ਨਾਲ ਤੁਰਨਗੇ। ਇਹ ਮੇਰੀ ਗੱਲ ਨੋਟ ਕਰ ਲਿਓ ਜੇ। ਮੈਨੂੰ ਬੜੀ ਖੁਸ਼ੀ ਹੈ ਕਿ ਇਹੋ ਜਿਹੇ ਲੋਕ ਅਜੇ ਤਾਂ ਅੱਗੇ ਦੇਖਿਓ ਤੁਸੀਂ, ਬਹੁਤ ਸਾਰੇ ਲੋਕ ਇਹੋ ਜਿਹੇ ਅੱਗੇ ਆਉਣਗੇ ਔਰ ਇਹ ਆਪਣੀ ਜਿਹੜੀ ਆਉਣ ਵਾਲਾ ਟਾਈਮ ਹੈ ਪੰਜਾਬ ਦਾ, ਮੈਂ ਤੁਹਾਨੂੰ ਲਿਖ ਕੇ ਦੇ ਦਿੰਦਾ। ਨਵਜੋਤ ਸਿੰਘ ਸਿੱਧੂ ਬਾਗਡੋਰ ਫੜੇਗਾ, ਫਿਰ ਦੁਬਾਰਾ ਕਹਿਣਾ ਕੰਵਰ ਵਿਜੇ ਪ੍ਰਤਾਪ ਸਿੰਘ ਜੀ ਉਹਦੇ ਨਾਲ ਤੁਰਨਗੇ ਔਰ ਬਹੁਤ ਸਾਰੇ ਲੋਕ ਉਹਨਾਂ ਦੇ ਨਾਲ ਤੁਰਨਗੇ ਤੇ ਜਾ ਕੇ ਪੰਜਾਬ ਦੀ ਸੱਤਾ ਸੰਭਾਲ ਕੇ ਤੇ ਪੰਜਾਬ ਨੂੰ ਇੱਕ ਨਵਾਂ ਜਿਹੜਾ ਹੈ ਨਵਾਂ ਸੂਰਜ ਚੜਾਉਣਗੇ। ਸੋ ਬਹੁਤ ਚੰਗੀ ਗੱਲ ਹੈ। ਪਰਵਾਹ ਨਹੀਂ ਕਰਨੀ ਚਾਹੀਦੀ ਲੋਕ ਕੀ ਕਹਿੰਦੇ ਆ। ਤੁਹਾਡੇ ਸੁਖਵਿੰਦਰ ਜੀ ਯਾਦ ਹੋਣਾ, ਆ ਮੇਰੀਆਂ ਵੀਡੀਓ ਵੂਡੀਓ ਕੱਟ ਕੇ ਬਹੁਤ ਕੁਛ ਇਹਨਾਂ ਮੇਰੇ ਪੁਤਲੇ ਵੀ ਸਾੜੇ, ਬਹੁਤ ਕੁਛ ਬੀਜੇਪੀ ਨੇ ਕਰਾਇਆ, ਬੜਾ ਸਰਕਾਰ ਨੇ ਕਰਾਇਆ। ਯੋਗਰਾਜ ਸਿੰਘ ਇਹਨਾਂ ਦੀ ਅੱਖ ਝੜਕਦਾ ਸੀ, ਬਹੁਤ ਕੁਛ ਇਹਨਾਂ ਨੇ ਕੀਤਾ। ਲੇਕਿਨ ਮੈਂ ਸਿਰਫ ਬਿਮਾਰ ਹੋ ਗਿਆ ਤਾਂ ਹੀ 1 ਮਹੀਨਾ ਘਰੇ ਰਿਹਾ, ਤੁਹਾਨੂੰ ਵੀ ਪਤਾ। ਮੈਂ ਉਸ ਤੋਂ ਬਾਅਦ ਬਾਹਰ ਨਿਕਲ ਕੇ ਅੱਜ ਵੀ ਸੱਚਾਈ ਤੇ ਪਹਿਰਾ ਦੇ ਰਿਹਾ। ਜਿਨ੍ਹਾਂ ਨੇ ਮੇਰੇ ਪੁਤਲੇ ਸਾੜੇ, ਮੇਰੇ ਘਰਦਿਆਂ ਨੂੰ ਗਾਲਾਂ ਕੱਢੀਆਂ, ਬਹੁਤ ਕੁਛ ਬਕਵਾਸ ਕੀਤੀ ਬਾਂਦਰਾਂ ਨੇ, ਪਰ ਚਲੋ ਮੈਂ ਕੋਈ ਪਰਵਾਹ ਨਹੀਂ ਕੀਤੀ, ਮੈਂ ਫਿਰ ਵੀ ਲੜ ਰਿਹਾ। ਇਸ ਤੋਂ ਸਿੱਖ ਲੈਣੀ ਚਾਹੀਦੀ ਹੈ। ਮੈਂ ਨਵਜੋਤ ਸਿੰਘ ਸਿੱਧੂ ਨੂੰ ਵੀ ਕਿਹਾ ਸੀ, ਨਿਕਲਿਆ ਨਾ ਬਾਹਰ, ਬਰਗਾੜੀ ਕਾਂਡ ਦੇ ਉੱਪਰ ਬੋਲਿਆ, ਪ੍ਰੈਸ ਕਾਨਫਰੰਸ 'ਚ ਬੋਲਿਆ, ਸਰਕਾਰਾਂ ਦੇ ਖਿਲਾਫ ਬੋਲਿਆ, ਸਰਕਾਰ ਦੇ ਵਿੱਚ ਰਹਿੰਦੇ ਹੋਏ। ਇਹਨੂੰ ਕਹਿੰਦੇ ਨੇ ਮਰਦ। ਕੰਵਰ ਵਿਜੇ ਪ੍ਰਤਾਪ ਸਿੰਘ ਜੀ ਐਡਾ ਵੱਡਾ ਜਰਨੈਲ ਹੈ, ਤੂੰ ਵੀ ਬਾਹਰ ਨਿਕਲ ਕੇ ਤਗੜਾ ਹੋ ਕੇ ਐਨ ਛਾਤੀ ਠੋਕ ਕੇ ਗੁਰੂ ਮਹਾਰਾਜ ਦਾ ਸਹਾਰਾ ਲੈ ਕੇ ਅਰਦਾਸ ਕਰਕੇ ਨਿਕਲਿਆ ਕਰ। ਦੇਖ ਤੈਨੂੰ ਦੁਨੀਆ ਜੈ ਜੈਕਾਰ ਤੇਰੀ ਕਰੂਗੀ। ਇਹ ਮੈਂ ਕਹਿਣਾ ਚਾਹੁੰਦਾ। ਤੁਹਾਨੂੰ ਲੱਗਦਾ ਕਿ ਇਹ ਦੋਵੇਂ ਲੀਡਰ ਜਿਹੜੇ ਹੈਗੇ ਆ, ਲੀਡਰ ਚਲੋ ਨਵਜੋਤ ਸਿੰਘ ਸਿੱਧੂ ਆਲੇ ਉਹ ਲੀਡਰ ਤਾਂ ਨਹੀਂ ਬਣੇ, ਕੁੰਵਰ ਵਿਜੇ ਪ੍ਰਤਾਪ ਪੋਲੀਟੀਸ਼ੀਅਨ ਤਾਂ ਨਹੀਂ ਬਣੇ, ਕੀ ਲੱਗਦਾ ਕਿ ਇਹ ਦੋਵੇਂ ਜਣੇ ਇਕੱਠੇ ਹੋ ਕੇ ਚੱਲ ਸਕਦੇ ਆ? ਦੇਖੋ, ਪੋਲੀਟੀਸ਼ੀਅਨ ਦੇ ਵਿੱਚ, ਲੀਡਰ ਦੇ ਵਿੱਚ ਤੇ ਜਰਨੈਲ ਦੇ ਵਿੱਚ ਫਰਕ ਹੁੰਦਾ ਹੈ ਆਪਣਾ ਸੁਖਵਿੰਦਰ ਜੀ। ਜਰਨੈਲ ਉਹ ਹੁੰਦਾ ਜਿਹੜਾ ਸੱਚ ਤੇ ਪਹਿਰਾ ਦਿੰਦਾ, ਲੀਡਰ ਉਹ ਹੁੰਦਾ ਜਿਹੜਾ ਸੇਧ ਦਿੰਦਾ, ਤੇ ਪੋਲੀਟੀਸ਼ੀਅਨ ਉਹ ਹੁੰਦਾ ਜਿਹੜਾ ਚੋਰ ਤੇ ਠੱਗ ਹੁੰਦਾ। ਸੋ ਮੈਂ ਸਮਝਦਾ ਕਿ ਤੁਸੀਂ ਜਰਨੈਲ ਬਣੋ। ਹੁਣ ਹਰੀ ਸਿੰਘ ਨਲੂਏ ਦੀ ਮੈਂ ਗੱਲ ਕਰਦਾ, ਜਾਂ ਅਕਾਲੀ ਫੂਲਾ ਸਿੰਘ ਦੀ ਗੱਲ ਕਰਦਾ, ਜਾਂ ਜਨਰਲ ਜ਼ੋਰਾਵਰ ਸਿੰਘ ਦੀ ਗੱਲ ਕਰਦਾ, ਇਸ ਕਰਕੇ ਕਰਦਾ ਕਿ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਮਹਾਰਾਜਾ ਰਣਜੀਤ ਸਿੰਘ ਨੇ ਨਹੀਂ ਚਲਾਇਆ, ਉਹਦੇ ਚੰਗੇ ਜਰਨੈਲਾਂ ਨੇ ਚਲਾਇਆ। ਜੇ ਕੱਲ ਨੂੰ ਨਵਜੋਤ ਸਿੰਘ ਸਿੱਧੂ ਆਪਣਾ ਲੀਡਰ ਹੈ ਔਰ ਆਪਣਾ ਜਰਨੈਲ ਅੱਗੇ ਤੁਰ ਰਿਹਾ ਹੈ, ਤਾਂ ਕੰਵਰ ਵਿਜੇ ਪ੍ਰਤਾਪ ਸਿੰਘ ਜੀ ਵਰਗੇ ਅਨੇਕਾਂ ਬੰਦੇ ਉਹਦੇ ਨਾਲ ਤੁਰਨਗੇ। ਕੱਲ ਨੂੰ ਆਪਣੀ ਸੱਤਾ ਬਣਾਉਣਗੇ, ਆਪਣੀ ਸੱਤਾ ਲਿਆ ਕੇ ਪਾਵਰ ਆਪਣੇ ਹੱਥ 'ਚ ਲੈਣਗੇ। ਔਰ ਮੈਂ ਯਕੀਨ ਕਰਦਾ ਕਿ ਇਹ ਲੋਕ ਅੱਜ ਜਿੰਨੀ ਗੰਦਗੀ ਹੈ, ਜਿੰਨੇ ਲੀਡਰ ਨੇ, ਇਹਨਾਂ ਨੂੰ ਚੱਕ ਕੇ ਜੇਲ੍ਹਾਂ 'ਚ ਦੇਣਗੇ, ਇਹਨਾਂ ਤੇ ਕੇਸ ਚਲਾਉਣਗੇ, ਕੋਰਟ 'ਚ ਜਾਣਗੇ।
ਤੁਸੀਂ ਆਖਿਰਕਾਰ ਜੇ ਆਪਣੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਔਰੰਗਜ਼ੇਬ ਨਾਲ ਲੜ ਕੇ ਉਹਦਾ ਮੁਗਲਾਂ ਦਾ ਸੱਤਿਆਨਾਸ਼ ਤੇ ਜੜਾ ਪੁੱਟ ਸਕਦੇ ਆ? ਕੀ ਗੱਲ ਇਹ ਮਰ ਗਏ? ਇਹ ਬੰਦੇ ਨਹੀਂ, ਇਹ ਸੂਰਮੇ ਨਹੀਂ, ਇਹ ਸੂਰਮੇ ਜਿਨ੍ਹਾਂ ਦਾ ਮੈਂ ਨਾਂ ਲੈ ਰਿਹਾ। ਅੱਗੇ ਤੁਰੋ ਔਰ ਤੁਰ ਕੇ ਆਪਣਾ ਝੰਡਾ ਅੱਗੇ ਲੈ ਕੇ ਚੱਲੋ, ਤੁਰੋ ਤੇ ਪੰਜਾਬ ਨੂੰ ਇਹਨਾਂ ਲੋਕਾਂ ਦੇ ਹੱਥਾਂ ਚੋਂ ਕੱਢ ਕੇ ਇਹਨਾਂ ਨੂੰ ਸਜ਼ਾਵਾਂ ਦਿਵਾਓ, ਤਾਂ ਸਵਾਦ ਹੈ। ਨਹੀਂ ਕੀ ਫਾਇਦਾ ਫਿਰ ਜਿਹੋ ਜਿਹਾ ਉਹ ਜਿਹੇ ਚਲੇ ਜਾਓਗੇ ਦੁਨੀਆ 'ਚ। ਕਿਤੇ ਨਾ ਕਿਤੇ ਜਿਹੜਾ ਮਿਲੀ ਭੁਗਤ ਦਾ ਵੀ ਸਵਾਲ ਉੱਠ ਰਹੇ ਆ, ਬਹੁਤ ਸਾਰੇ ਲੀਡਰ, ਪ੍ਰਤਾਪ ਸਿੰਘ ਬਾਜਵਾ, ਨਵਜੋਤ ਸਿੰਘ ਸਿੱਧੂ, ਹੁਣ ਤਾਂ ਬਹੁਤ ਸਾਰੇ ਲੀਡਰ ਵੀ ਇਹ ਗੱਲ ਕਹਿਣੀ ਸ਼ੁਰੂ ਕਰਤੀ, ਰਵਨੀਤ ਸਿੰਘ ਬਿੱਟੂ ਨੇ, ਕਿ ਕੈਪਟਨ ਸਾਹਿਬ ਆਪਾਂ ਇਹ ਗੱਲ ਕਹਿ ਕੇ ਸਰਕਾਰ ਦੇ ਵਿੱਚ ਆਏ ਸੀ, ਹੁਣ 4.5 ਸਾਲ ਬੀਤ ਗਏ ਆ, 6 ਮਹੀਨੇ ਰਹਿ ਗਏ, ਹੁਣ ਜਲਦ ਤੋਂ ਜਲਦ ਸਜ਼ਾ ਦਵਾ ਦਈਏ, ਨਹੀਂ ਤਾਂ ਲੋਕਾਂ ਨੇ ਸਾਨੂੰ ਪਿੰਡਾਂ 'ਚ ਨਹੀਂ ਵੜਨ ਦੇਣਾ। ਕਿਵੇਂ ਦੇਖਦੇ ਹੋ ਲੀਡਰਾਂ ਦੇ ਇਸ ਬਿਆਨਾਂ ਨੂੰ? ਚਲੋ ਇਹ ਵੀ ਗੱਲਬਾਤ ਕਰਾਂਗੇ, ਨਾਲ ਹੀ ਨਾਲ ਇਹ ਵੀ ਗੱਲਬਾਤ ਕਰਾਂਗੇ ਕਿ ਹਰ ਜਿਹੜੇ ਇਲੈਕਸ਼ਨ ਹੁੰਦੇ ਆ, ਚਾਹੇ ਉਹ ਵਿਧਾਨ ਸਭਾ ਦੇ ਹੋਣ ਚਾਹੇ ਲੋਕ ਸਭਾ ਦੇ ਹੋਣ, ਇਹੀ ਮੁੱਦੇ ਮੈਂ ਪਿਛਲੇ ਸਾਲਾਂ ਤੋਂ ਦੇਖਦਾ ਆ ਰਿਹਾ, ਚਾਹੇ ਉਹ 2017 ਦੀਆਂ ਇਲੈਕਸ਼ਨਾਂ ਹੋਣ, ਚਾਹੇ ਉਹ 2019 ਦੀਆਂ ਇਲੈਕਸ਼ਨਾਂ ਹੋਣ, ਚਾਹੇ ਉਹ 2022 ਦੀਆਂ ਇਲੈਕਸ਼ਨਾਂ ਹੋਣ, ਇਹੀ ਮੁੱਦੇ ਗੂੰਜੇ ਨੇ। 2017 ਦੀਆਂ ਇਲੈਕਸ਼ਨਾਂ ਦੇ ਵਿੱਚ ਵੀ ਡਰੱਗ, ਰੇਤ ਮਾਫੀਆ, ਕੇਬਲ ਮਾਫੀਆ, ਬੇਅਦਬੀ, ਗੋਲੀ ਕਾਂਡ ਸੀਗੇ। 2019 ਦੇ ਵਿੱਚ ਵੀ ਉਹੀ ਮੁੱਦੇ ਗੂੰਜੇ, ਇੱਕ ਵਾਰ ਫਿਰ ਤੋਂ ਉਹੀ ਮੁੱਦੇ ਹੁਣ ਗੂੰਜਣੇ ਸ਼ੁਰੂ ਹੋ ਗਏ ਨੇ, ਚੋਣਾਂ ਨੇੜੇ ਆ ਰਹੀਆਂ ਨੇ। ਕਿਵੇਂ ਦੇਖਦੇ ਹੋ ਕਿ ਇਹ ਮੁੱਦੇ ਹੱਲ ਕਰਨਾ ਚਾਹ ਨਹੀਂ ਰਹੇ, ਜਾਂ ਫਿਰ ਇਹ ਮੁੱਦਿਆਂ ਨੂੰ ਜਿਉਂਦਾ ਰੱਖ ਕੇ ਹਰ ਇਲੈਕਸ਼ਨਾਂ ਦੇ ਵਿੱਚ ਲੀਡਰ ਇਹਨਾਂ ਮੁੱਦਿਆਂ ਦੇ ਸਿਰ ਤੇ ਚੋਣਾਂ ਲੜਨਾ ਚਾਹੁੰਦੇ ਨੇ ਤੇ ਲੋਕਾਂ ਨੂੰ ਵਾਰ-ਵਾਰ ਬੇਵਕੂਫ ਬਣਾਉਣਾ ਚਾਹੁੰਦੇ ਨੇ? ਮੈਂ ਸਮਝਦਾ ਪੰਜਾਬ ਦੇ ਲੋਕ ਹੁਣ ਜਾਗ ਉੱਠੇ ਨੇ, ਉਹਨਾਂ ਨੂੰ ਪਤਾ ਅਸਲੀਅਤ ਕੀ ਹੈ। ਪਹਿਲੀ ਗੱਲ ਤਾਂ ਇਹ ਮੁੱਦੇ ਜਿਹੜੇ ਹੈਗੇ ਨੇ ਉਦੋਂ ਹੀ ਤੁਸੀਂ ਕਰੋਗੇ ਜਦ ਤੁਹਾਡੇ ਕੋਲ ਸੱਤਾ ਹੋਊਗੀ। ਦੇਖੋ ਕੋਈ ਵੀ ਚੀਜ਼ ਤੁਸੀਂ ਸ਼ੁਰੂ ਕਰ ਲਓ, ਜਦ ਤੱਕ ਤੁਹਾਡੇ ਕੋਲ ਸੱਤਾ ਨਹੀਂ, ਪਾਵਰ ਨਹੀਂ, ਪੈਸਾ ਨਹੀਂ, ਤਾਕਤ ਨਹੀਂ, ਤੁਸੀਂ ਕੁਝ ਨਹੀਂ ਕਰ ਸਕਦੇ। ਜਿੰਨੇ ਮਰਜ਼ੀ ਰੌਲਾ ਪਾ ਲਓ, ਜਿਹੜੀਆਂ ਮਰਜ਼ੀ ਸਪੀਚਾਂ ਦਿਓ। ਮੈਂ ਇਸੇ ਕਰਕੇ ਕਹਿਣਾ ਕਿ ਤੁਸੀਂ ਹੁਣ ਏਜੰਡੇ ਕੀ ਨੇ? ਏਜੰਡੇ ਨਵਜੋਤ ਸਿੰਘ ਸਿੱਧੂ ਨੇ ਤੁਹਾਨੂੰ ਦਿੱਤੇ ਹੈ, ਠੀਕ ਹੈ, ਉਹਨੇ ਫਾਈਲ ਦਿੱਤੀ ਸੀ ਸੀਐਮ ਸਾਹਿਬ ਨੂੰ, ਉਹਨਾਂ ਨੇ ਨਹੀਂ ਅੱਗੇ ਉਹਨੂੰ ਚਲਾਈ ਕਿਉਂਕਿ ਉਹਨੂੰ ਸੂਟ ਨਹੀਂ ਸੀ ਕਰਦੀ। ਸੋ ਮੈਂ ਸਮਝਦਾ ਇਹ ਮੁੱਦਿਆਂ ਦੇ ਨਾਲ ਨਾਲ ਤੁਹਾਡੇ ਏਜੰਡੇ ਵੀ ਹੋਣੇ ਚਾਹੀਦੇ ਹੈ ਵੀ ਤੁਸੀਂ ਕੀ ਕੀ ਕਰਨਾ ਚਾਹੁੰਦੇ ਹੋ। ਤੁਸੀਂ ਆਹ ਰੇਤ ਦੀ ਗੱਲ ਕੀਤੀ, ਟਰਾਂਸਪੋਰਟ ਦੀ ਗੱਲ ਕੀਤੀ, ਤੁਸੀਂ ਸ਼ਰਾਬ ਦੀ ਗੱਲ ਕੀਤੀ, ਕੇਬਲ ਦੀ ਗੱਲ ਕੀਤੀ। ਮੈਂ ਪੁੱਛਦਾ ਚਾਹੁੰਦਾ ਕਿ ਇਹ ਜਿਹੜਾ ਪੈਸਾ ਜਾਂਦਾ ਕਿੱਥੇ? ਤੁਹਾਨੂੰ ਦਿਖਦਾ ਨਹੀਂ, ਸਾਰੇ ਅੰਨੇ ਹੋਏ ਆ। ਇਹ ਪੈਸਾ ਆਫਟਰ ਆਲ ਜਿਹੜਾ ਸਾਡੇ ਖਜ਼ਾਨੇ 'ਚ ਜਾਣਾ ਚਾਹੀਦਾ ਸੀ, ਉਹ ਇਹ ਲੋਕ ਇਸਤੇਮਾਲ ਕਰ ਰਹੇ ਆ। ਸਾਰੇ ਵਿਕੇ ਹੋਏ ਨੇ, ਸਾਰੇ ਠੱਗ ਨੇ। ਸਭ ਦੀਆਂ ਫਾਈਲਾਂ ਜਿਹੜੀਆਂ ਈਡੀ ਕੋਲ ਪਈਆਂ, ਸਭ ਦੀਆਂ ਫਾਈਲਾਂ ਹੋਮ ਮਿਨਿਸਟਰ ਕੋਲ ਪਈਆਂ। ਮੈਂ ਕਹਿਣਾ ਨਹੀਂ ਚਾਹੁੰਦਾ, ਅੱਜ ਕਹੂੰਗਾ ਜਦ ਟਾਈਮ ਆਊਗਾ, ਸਾਰਿਆਂ ਨੂੰ ਪਤਾ ਹੀ ਹੈ। ਕੁੰਵਰ ਵਿਜੇ ਪ੍ਰਤਾਪ ਸਿੰਘ ਕੋਲ ਬਹੁਤ ਪ੍ਰੂਫ ਪਏ ਨੇ, ਤਾਂ ਤੂੰ ਡਰਦਾ ਕਿਉਂ ਹੈ? ਤਕੜਾ ਹੋ ਕੇ ਗਿਆ, ਐਡਾ ਤੂੰ ਗੁਰੂ ਮਹਾਰਾਜ ਦਾ ਓਟ ਲੈ ਕੇ ਤੁਰਿਆ, ਇਹਨਾਂ ਨੂੰ ਚੀਰ ਫੜ ਕਰ ਲੋਕਾਂ ਨੂੰ ਦੱਸ, ਠੀਕ ਹੈ ਨਾ? ਸੋ ਮੈਂ ਸਮਝਦਾ ਕਿ ਤਕੜੇ ਹੋ ਕੇ ਐਵੇਂ ਆਪਾਂ ਮੁੱਦਿਆਂ ਦੀ ਗੱਲ, ਛੋਟੀਆਂ ਗੱਲਾਂ ਕਰਦੇ ਨੇ। ਆਪਾਂ ਨੂੰ ਖੁੱਲ ਕੇ ਜਿਹੜੀ ਗੱਲ ਸੱਚ ਹੈ, ਸੱਚ ਤੇ ਪਹਿਰਾ ਦੇਣਾ ਚਾਹੀਦਾ, ਭਾਵੇਂ ਕੋਈ ਵੀ ਹੋਵੇ। ਅੱਜ ਨਹੀਂ ਤਾਂ ਕੱਲ ਗੁਰੂ ਮਹਾਰਾਜ ਚਾਹੁੰਗੇ, ਇਹ ਲੀਡਰ ਜਿਨ੍ਹਾਂ ਨੇ ਜਾਂ ਜਥੇਦਾਰਾਂ ਨੇ ਜਾਂ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਲੋਕਾਂ ਦਾ ਸਾਥ ਦਿੱਤਾ ਹੈ, ਤੁਸੀਂ ਸੁਖਵਿੰਦਰ ਦੇਖ ਲੈਣਾ, ਰੱਬ ਦੀ ਲਾਠੀ 'ਚ ਨਾ ਆਵਾਜ਼ ਨਹੀਂ ਹੁੰਦੀ, ਵੱਜਦੀ ਹੈ ਨਾ ਤੇ ਛੱਡਦੀ ਕੁਛ ਨਹੀਂ। ਇਹੋ ਜਿਹੀ ਬਰੀਕ ਚੱਕੀ ਪੀਸਦੀ ਹੈ ਕਿ ਬੰਦੇ ਦਾ ਚੂਰਾ ਚੂਰਾ ਹੋ ਜਾਂਦਾ। ਇਹ ਤੁਹਾਡੇ ਸਾਹਮਣੇ ਆਊਗਾ। ਇਸੇ ਕਰਕੇ ਕੰਵਰ ਵਿਜੇ ਪ੍ਰਤਾਪ ਸਿੰਘ ਵਰਗੇ ਬੰਦੇ ਅੱਗੇ ਆਏ ਨੇ, ਰੱਬ ਨੇ ਭੇਜੇ ਨੇ। ਚੱਲ ਮੇਰੇ ਪੁੱਤਰਾ, ਕਿਉਂਕਿ ਰੱਬ ਦੇ ਵਿੱਚ ਯਕੀਨ ਕਰਦਾ, ਗੁਰੂ ਘਰ ਦੇ ਵਿੱਚ ਯਕੀਨ ਕਰਦਾ। ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ? ਕਿਉਂਕਿ ਜਦੋਂ ਸਰਕਾਰ ਨਾ ਹੋਵੇ, ਜਥੇਬੰਦੀਆਂ ਨਾਲ ਨਾ ਹੋਵੇ, ਉਦੋਂ ਫਿਰ ਇਹੋ ਜਿਹੇ ਲੀਡਰ ਨੂੰ, ਇਹੋ ਜਿਹੇ ਸਿਆਸਤਦਾਨ ਨੂੰ, ਇਹੋ ਜਿਹੇ ਅਫਸਰ ਨੂੰ, ਉਦੋਂ ਫਿਰ ਜਾਂ ਤਾਂ ਪਰਮਾਤਮਾ ਦਾ ਸਹਾਰਾ ਹੁੰਦਾ ਤੇ ਜਾਂ ਫਿਰ ਲੋਕਾਂ ਦਾ ਸਹਾਰਾ ਹੁੰਦਾ। ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਕੁੰਵਰ ਵਿਜੇ ਪ੍ਰਤਾਪ ਤੇ ਨਵਜੋਤ ਸਿੰਘ ਸਿੱਧੂ? ਸੁਖਵਿੰਦਰ ਜੀ, ਪਹਿਲੀ ਗੱਲ ਤਾਂ ਕੋਈ ਨਾਲ ਹੋਵੇ, ਨਾਲ ਜਥੇਬੰਦੀਆਂ ਨਹੀਂ, ਨਾਲ ਤਾਂ ਨਾ ਸੀ। ਕੁਝ ਲੋਕ ਤੁਹਾਡੇ ਨਾਲ ਨਹੀਂ ਤਾਂ ਨਾ ਸੀ। ਮੈਂ ਕਹਿਣਾ ਚਾਹੁੰਦਾ ਪੰਜਾਬ ਦੇ ਆਵਾਮ ਨੂੰ, ਲੋਕਾਂ ਨੂੰ, ਤੁਹਾਡੇ ਕੋਲ ਇਹੋ ਜਿਹੇ ਬੰਦਿਆਂ ਦਾ ਗੱਜ ਵੱਜ ਕੇ ਸਾਥ ਦੇਣਾ ਚਾਹੀਦਾ, ਉਹਨਾਂ ਦੇ ਨਾਲ ਤੁਰਨਾ ਚਾਹੀਦਾ। ਕਿਹੜਾ ਗੱਦਾਰ ਹੈ, ਕਿਹੜਾ ਅਸਲ ਦਾ, ਇਹ ਤਾਂ ਬਾਅਦ ਚ ਪਤਾ ਲੱਗੂਗਾ ਨਾ, ਇਹ ਤਾਂ ਵਰਤ ਕੇ ਪਤਾ ਲੱਗੂਗਾ। ਇਸ ਕਰਕੇ ਸਾਰਿਆਂ ਨੂੰ ਕੁੰਵਰ ਵਿਜੇ ਪ੍ਰਤਾਪ ਸਿੰਘ ਵਰਗੇ ਬੰਦਿਆਂ ਦੇ ਨਾਲ ਤੁਰਨਾ ਚਾਹੀਦਾ। ਮੈਂ ਇੱਕ ਗੱਲ ਬੜੀ ਸਪਸ਼ਟ ਕਹਿਣਾ ਚਾਹੁੰਦਾ, ਤੁਸੀਂ ਹੁਣ ਜਥੇਬੰਦੀਆਂ ਦਾ ਨਾਂ ਲਿਆ, ਤੁਸੀਂ ਬਾਕੀ ਕੁਝ ਲੋਕਾਂ ਦਾ ਨਾਂ ਲਿਆ। ਦੇਖੋ, ਮੈਂ ਬੜੀ ਵਾਰੀ ਇਹ ਗੱਲ ਕਹੀ ਹੈ ਕਿ ਸ਼ੈਤਾਨ ਦੀ ਤੇ ਰੱਬ ਦੀ ਲੜਾਈ ਹੈ। ਇਸ ਕਰਕੇ ਹਮੇਸ਼ਾ ਰੱਬ ਤਾਂ ਜਿੱਤਦਾ ਕਿਉਂਕਿ ਉਹ ਸੱਚ ਦਾ ਪਹਿਰਾ ਹੈ, ਸੱਚਾਈ ਹੈ, ਸੱਚ ਹੈ। ਤੇ ਜਿਹੜਾ ਝੂਠ ਹੈ, ਜਿਹੜਾ ਜ਼ੁਲਮੀ ਹੈ, ਉਹਨੂੰ ਤਾਂ ਇੱਕ ਦਿਨ ਮਿੱਟੀ ਹੋਣਾ ਹੀ ਹੈ। ਸੋ ਕਿਉਂ ਨਹੀਂ ਆਪਾਂ ਵੱਧ ਚੜ ਕੇ ਸਾਰਾ ਕੌਮ, ਸਾਰਾ ਪੰਜਾਬ ਨੂੰ ਚਾਹੀਦਾ। ਮੈਂ ਜਦ ਤੁਰਿਆ ਸੀ, ਤੁਹਾਡੇ ਯਾਦ ਹੋਊਗਾ ਸੁਖਵਿੰਦਰ ਜੀ, ਗੁਰੂ ਮਹਾਰਾਜ ਦੇ ਘਰੋਂ ਥਾਪੜਾ ਲੈ ਕੇ ਟਾਹਲਾ ਸਾਹਿਬ ਤੋਂ ਬਾਬਾ ਦਰਸ਼ਨ ਸਿੰਘ ਨੇ ਮੈਨੂੰ ਕਿਹਾ ਸੀ, ਭਾਈ ਗੁਰੂ ਘਰ ਦੇ ਸੇਵਾਵਾਂ ਲੈਣੀਆਂ, ਹੁਕਮ ਹੈ, ਚੱਲ ਉੱਥੇ।
ਮੈਨੂੰ ਕੌਣ ਜਾਣਦਾ ਸੀ? ਮੈਂ ਤੁਰਿਆ ਬੋਲੀ ਜਾਂਦਾ ਸੀ ਹੋਕਾ ਦੇਈ ਜਾਂਦਾ ਸੀ। ਅੱਜ ਗੁਰੂ ਮਹਾਰਾਜ ਦੀ ਕਿਰਪਾ, ਅਕਾਲ ਪੁਰਖ ਦੀ ਰਹਿਮਤ ਹੈ, ਤੁਸੀਂ ਦੇਖਿਆ ਕਿ ਬਹੁਤ ਦੁਨੀਆ ਨਾਲ ਜੁੜੀ ਹੈ ਕਿਉਂਕਿ ਉਹਨੂੰ ਸੱਚ ਦਿਖਦਾ। ਸੋ ਜਿਹੜਾ ਬੰਦਾ ਸੱਚ ਬੋਲਦਾ, ਸੱਚ ਤੇ ਪਹਿਰਾ ਦਿੰਦਾ ਹੈ, ਉਹਨੂੰ ਕਿਸੇ ਤੋਂ ਡਰਨਾ ਨਹੀਂ ਚਾਹੀਦਾ। ਔਰ ਜੇ ਕੋਈ ਤੇਰਾ ਸਾਥ ਨਹੀਂ ਦਿੰਦਾ, ਨਾ ਦੇਵੇ, ਗੁਰੂ ਦਾ ਓਟ ਸਹਾਰਾ, ਅਕਾਲ ਪੁਰਖ ਦਾ ਥਾਪੜਾ, ਦੇਵੀ ਦੇਵਤੇ ਤੁਹਾਡੇ ਨਾਲ ਨੇ। ਕੁੰਵਰ ਵਿਜੇ ਪ੍ਰਤਾਪ ਸਿੰਘ ਜੀ, ਅੱਗੇ ਚਲੋ, ਮੋਢੇ ਨਾਲ ਮੋਢਾ ਲਾਓ, ਜਰਨੈਲ ਬਣੋ ਤੇ ਚੀਰ ਫੜ ਦਾ ਕਰੋ, ਕਿਉਂਕਿ ਤੁਹਾਡੇ ਕੋਲ ਸਾਰੇ ਸਬੂਤ ਨੇ, ਪੇਸ਼ ਕਰੋ। ਬਿਲਕੁਲ। ਤਾਂ ਸਰ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ, ਤੁਸੀਂ ਇਹ ਮੁੱਦੇ ਦੇ ਉੱਪਰ ਸਾਡੇ ਨਾਲ ਗੱਲਬਾਤ ਕੀਤੀ, ਆਪਣਾ ਕੀਮਤੀ ਸਮਾਂ ਦਿੱਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਾਂ ਇਹ ਸਨ ਸਰਦਾਰ ਯੋਗਰਾਜ ਸਿੰਘ ਜੀ, ਜਿਨ੍ਹਾਂ ਦੇ ਵੱਲੋਂ ਇਸ ਅਹਿਮ ਮੁੱਦੇ ਦੇ ਉੱਪਰ ਸਾਡੇ ਨਾਲ ਗੱਲਬਾਤ ਕੀਤੀ ਗਈ। ਉਹਨਾਂ ਦਾ ਕਹਿਣਾ ਹੈ ਕਿ ਕੁੰਵਰ ਵਿਜੇ ਪ੍ਰਤਾਪ ਵਰਗੇ ਇਮਾਨਦਾਰ ਅਫਸਰ ਨੂੰ ਜਿਹੜਾ ਉਹ ਸਲਾਮ ਕਰਦੇ ਨੇ, ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ, ਗੁਰੂ ਸਾਹਿਬ ਦੀ ਆਬਰੂ ਦੀ ਇੱਜ਼ਤ ਲਈ ਲੜਾਈ ਲੜੀ ਤੇ ਉਹਨਾਂ ਨੇ ਨਾ ਪਰਵਾਹ ਕਰਦਿਆਂ ਆਪਣੇ ਅਹੁਦੇ ਨੂੰ ਵੀ ਜਿਹੜੀ ਉਹ ਲੱਤ ਮਾਰ ਦਿੱਤੀ ਹੈ। ਤੇ ਨਾਲ ਨਾਲ ਉਹਨਾਂ ਨੇ ਇਹ ਵੀ ਗੱਲ ਆਖੀ ਹੈ ਕਿ ਸਾਡੇ ਕੌਮ ਦੇ ਉਹਨਾਂ ਜਥੇਦਾਰਾਂ ਨੂੰ ਇਹਦੇ ਤੋਂ ਸਿੱਖਿਆ ਲੈਣੀ ਚਾਹੀਦੀ ਹੈ ਤੇ ਸ਼ਰਮ ਆਉਣੀ ਚਾਹੀਦੀ ਹੈ ਕਿ ਇੱਕ ਹਿੰਦੂ ਪਰਿਵਾਰ ਦਾ ਇੱਕ ਨੌਜਵਾਨ ਬਿਹਾਰ ਦਾ ਉਹ ਗੁਰੂ ਸਾਹਿਬ ਦੇ ਲਈ ਆਪਣੀ ਕੁਰਸੀ ਛੱਡ ਰਿਹਾ ਹੈ, ਤੇ ਦੂਜੇ ਪਾਸੇ ਜਿਹੜੇ ਸਾਡੇ ਜਥੇਦਾਰ ਸੀ, ਉਹ ਜਥੇਦਾਰਾਂ ਨੇ ਆਪਣੀ ਕੁਰਸੀ ਜਥੇਦਾਰੀ ਦੀ ਬਚਾਉਣ ਦੇ ਲਈ ਤੇ 4 ਪੈਸਿਆਂ ਦੇ ਲਈ ਉਹਨਾਂ ਲੋਕਾਂ ਦਾ ਸਾਥ ਦਿੱਤਾ ਜਿਹੜੇ ਲੋਕਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਵਾਈ ਸੀ। ਤੇ ਨਾਲ ਹੀ ਉਹਨਾਂ ਦੇ ਵੱਲੋਂ ਇਹ ਵੀ ਗੱਲ ਕਹੀ ਗਈ ਹੈ ਕਿ ਇਹ ਦੋਵੇਂ ਜਰਨੈਲ ਨੇ, ਨਵਜੋਤ ਸਿੰਘ ਸਿੱਧੂ, ਫਿਰ ਰਿਪੀਟ ਕੀਤਾ ਉਹਨਾਂ ਨੇ, ਨਵਜੋਤ ਸਿੰਘ ਸਿੱਧੂ ਅਤੇ ਜਿਹੜੇ ਕੁੰਵਰ ਵਿਜੇ ਪ੍ਰਤਾਪ ਨੇ, ਇਹ ਦੋਵਾਂ ਨੂੰ ਇਕੱਠਿਆਂ ਹੋ ਕੇ ਚੱਲਣਾ ਚਾਹੀਦਾ ਹੈ ਤਾਂ ਜੋ ਪੰਜਾਬ ਦੇ ਲੋਕ ਇਹਨਾਂ ਤੋਂ ਉਮੀਦ ਰੱਖ ਸਕਣ ਤੇ ਪੰਜਾਬ ਨੂੰ ਇੱਕ ਨਵੀਂ ਦਿਸ਼ਾ ਤੇ ਸੇਧ ਦਿੱਤੀ ਜਾ ਸਕੇ। ਫਿਲਹਾਲ ਲਈ ਮੈਨੂੰ ਦਿਓ ਇਜਾਜ਼ਤ, ਦੁਬਾਰਾ ਫਿਰ ਮਿਲਾਂਗੇ ਪ੍ਰੋਗਰਾਮ ਵਿੱਚ ਕੁਝ ਨਵੇਂ ਮੁੱਦੇ ਦੌਰਾਨ। ਤਦ ਤੱਕ ਦਿਓ ਇਜਾਜ਼ਤ, ਧੰਨਵਾਦ।